पंजाबी माँ बोली ते रुख ਧੀਆਂ अंदर कुख सदा ही वसदियां रहन सदा ही वसदियां रहन। सत श्री अकाल, आदाब, सलाम, नमस्कार। मैं ਤੁਹਾਡਾ ਆਪਣਾ ਰਾਜ ਕਈ ਪੀ ਦਸਤਕ ਤੋਂ ਅੱਜ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਹਾਂ ਉਹ ਪੰਜਾਬ ਦੀ ਇੱਕ ਵਿਲੱਖਣ ਸ਼ਖਸੀਅਤ ਹੈ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ ਪੰਜਾਬੀ ਪਰਿਆਵਰਨ ਦੀ ਵੀ ਇੱਕ ਸੇਵਾ ਕੀਤੀ ਹੈ। ਹਾਂ ਜੀ ਹਾਂ ਦੋਸਤੋ, ਅੱਜ ਮੈਂ ਜਿਸ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਉਹ ਹੈ ਸਿੰਗਰ ਸੁਖੀ ਸਿੰਘ। ਸੁਖੀ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਪੀ ਦਸਤਕ ਤੇ। ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਸਾਰਿਆਂ ਨੂੰ ਬਹੁਤ ਹੀ ਪਿਆਰ ਸਤਿ ਸ਼੍ਰੀ ਅਕਾਲ। ਤੇ ਉਸ ਤੋਂ ਬਾਅਦ ਮੈਂ ਪੰਜਾਬੀ ਦਸਤਕ ਚੈਨਲ ਤੇ ਆਪਣੇ ਰਾਜ ਕਈ ਸਾਹਿਬ ਵੱਡੇ ਭਾਜੀ ਸਾਡੇ ਸਾਰਿਆਂ ਦਾ ਵੈਲਕਮ ਕਰਦਾ। ਤੁਸੀਂ ਮੇਰੇ ਕੋਲ ਪਹੁੰਚਿਓ ਤੇ ਮੇਰਾ ਸੁਨੇਹਾ ਯਾਨੀ ਮੇਰੀ ਇੰਟਰਵਿਊ ਤੁਸੀਂ ਸਾਰੀ ਦੁਨੀਆ ਤੱਕ ਪਹੁੰਚਾ ਰਹੇ ਹੋ। ਸੋ ਦਿਲੋਂ ਧੰਨਵਾਦ, ਸ਼ੁਕਰੀਆ ਸਾਰਿਆਂ ਨੂੰ, ਜੀ ਆਇਆਂ, ਵੈਲਕਮ। ਸੁਖੀ ਸਿੰਘ ਜੀ, ਸਭ ਤੋਂ ਪਹਿਲਾਂ ਦੱਸੋ ਤੁਹਾਡਾ ਜਨਮ ਕਿੱਥੇ ਹੋਇਆ, ਤੁਹਾਡੇ ਜਿਹੜਾ ਸਕੂਲੀ ਸਿੱਖਿਆ ਹੈ ਉਹ ਕਿੱਥੋਂ ਸ਼ੁਰੂ ਹੋਈ? ਭਾਜੀ ਮੇਰਾ ਜਨਮ ਹੋਇਆ ਡਿਸਟ੍ਰਿਕਟ ਮੋਹਾਲੀ ਦੇ ਪਿੰਡ ਸ਼ੇਖਪੁਰਾ ਦੇ ਵਿੱਚ ਮੇਰਾ ਜਨਮ ਹੋਇਆ ਤੇ ਮੇਰੇ ਫਾਦਰ ਸਾਹਿਬ ਸਰਦਾਰ ਵਿਸਾਖੀ ਸਿੰਘ ਤੇ ਮੇਰੇ ਮੰਮੀ ਜੀ ਅੰਗਰੇਜ਼ ਕੌਰ ਜੀ, ਮਾਂ ਮੇਰੀ ਅੰਗਰੇਜ਼ ਕੌਰ ਦੀ, ਉਹਨਾਂ ਦੇ ਹੋਇਆ ਮੇਰਾ ਬਰਥ ਤੇ ਪਿੰਡ ਸ਼ੇਖਪੁਰਾ ਦੇ ਵਿੱਚ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਤਹਿਸੀਲ ਕਰਨ। ਥੋੜੀ ਸਿੱਖਿਆ ਸਕੂਲੀ ਸਿੱਖਿਆ ਕਿੱਥੋਂ ਪੂਰੀ ਹੋਈ? ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਪੀਰਾਂ ਦੀ ਧਰਤੀ, ਮਹਾਨ ਪਵਿੱਤਰ ਧਰਤੀ ਤੇ ਉੱਥੇ ਸ਼੍ਰੀ ਦਸ਼ਮੇਸ਼ ਅਕੈਡਮੀ ਦੇ ਵਿੱਚ ਮੇਰੇ ਡੈਡੀ ਜੀ ਨੂੰ ਤੇ ਮੰਮੀ ਨੂੰ ਜੌਬ ਮਿਲ ਗਈ ਸੀ ਤੇ ਉੱਥੇ ਉਹਨਾਂ ਨੇ ਡਿਊਟੀ ਕੀਤੀ ਤੇ ਫਿਰ ਬਚਪਨ ਦੇ ਵਿੱਚ ਹੀ ਯਾਨੀ ਕਿ ਮੈਂ 1 ਸਾਲ ਦਾ ਦਸ਼ਮੇਸ਼ ਅਕੈਡਮੀ ਦੇ ਵਿੱਚ ਜਾ ਕੇ ਹੋਇਆ। ਜੇ ਮੈਂ ਇਹ ਕਹਾਂ ਕਿ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ ਮੇਰੀ ਦੂਸਰੀ ਮਾਂ ਹੈ ਤਾਂ ਇਹ ਗੱਲ ਬਿਲਕੁਲ ਸੱਚ ਹੈ, ਕਿਉਂਕਿ ਮੇਰਾ ਪਾਲਣ ਪੋਸ਼ਣ ਸਾਰਾ ਉੱਥੇ ਹੋਇਆ ਤੇ ਮੈਂ ਆਪਣੀ ਜਿਹੜੀ ਮੁੱਢਲੀ ਸਿੱਖਿਆ ਜਿਹੜੀ ਪਹਿਲੀ ਕਲਾਸ ਤੋਂ ਮੈਂ ਉਹਦੇ ਨਾਲ ਹੀ ਪਿੰਡ ਸੀਗਾ ਸਰਕਾਰੀ ਮਿਡਲ ਸਕੂਲ ਥੱਪੜ ਰੋਟੂ ਤੇ ਉੱਥੇ ਮੈਂ ਮਾਸਟਰ ਸਾਡੇ ਤੁਲਸੀਦਾਸ ਜੀ, ਵੇਦ ਵਿਆਸ ਜੀ ਤੋਂ ਬੜਾ ਉਹਨਾਂ ਦੇ ਜਿਹੜੇ ਮੈਂ ਸਕੂਲ ਦੇ ਵਿੱਚ। ਸੁਖੀ ਜੀ, ਤੁਸੀਂ ਉਸ ਤੋਂ ਬਾਅਦ ਕਿਹੜੇ ਸਕੂਲ ਸਿੱਖਿਆ ਲਈ? ਹਾਂਜੀ, ਉਸ ਤੋਂ ਬਾਅਦ ਫਿਰ ਮੈਂ ਸਰਕਾਰੀ ਮਿਡਲ ਸਕੂਲ ਥੱਪੜ ਤੋਂ ਬਾਅਦ ਮੈਂ ਜਿਹੜੀ ਆਪਣੀ 8ਵੀਂ ਕੀਤੀ। ਫਿਰ ਮੈਂ ਉਸ ਤੋਂ ਬਾਅਦ 9ਵੀਂ ਕਲਾਸ ਦੇ ਵਿੱਚ SGS ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ, ਸਾਡੇ ਪ੍ਰਿੰਸੀਪਲ ਸਾਹਿਬ ਸਰਦਾਰ ਨਿਰੰਜਨ ਸਿੰਘ ਜੀ ਤੇ ਸਾਡੇ ਹੋਰ ਟੀਚਰ ਸਾਹਿਬਾਨ ਜਿੰਨੇ ਵੀ ਸੀਗੇ, ਮੈਂ ਮੈਡਮਾਂ ਮੇਰੇ ਨਿਰਮਲਾ ਦੇਵੀ, ਬਲਜਿੰਦਰ ਕੌਰ ਮੈਡਮ, ਮੈਂ ਉਹਨਾਂ ਦਾ ਬਹੁਤ ਦਿਲੋਂ ਥੈਂਕਸ, ਮੈਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਦਾ ਸਾਰੇ ਟੀਚਰਾਂ ਨੂੰ, ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਇਸ ਗਾਇਕੀ ਦੀ ਲਾਈਨ ਦੇ ਵਿੱਚ ਮੈਨੂੰ ਬਹੁਤ ਸਹਾਰਾ ਦਿੱਤਾ, ਬੜੀ ਸਪੋਰਟ ਕੀਤੀ ਉਹਨਾਂ ਨੇ ਮੈਨੂੰ। ਸਾਡੇ ਪ੍ਰਿੰਸੀਪਲ ਸਾਹਿਬ ਸਰਦਾਰ ਨਿਰੰਜਨ ਸਿੰਘ ਜੀ, ਮੈਂ ਉਹਨਾਂ ਨੂੰ ਮੇਰੇ ਗੁਰੂ ਜੀ ਨੇ, ਮੈਂ ਉਹਨਾਂ ਨੂੰ ਮਤਲਬ ਅੱਜ ਵੀ ਬਹੁਤ ਯਾਦ ਕਰਦਾ ਸਾਰੇ ਸਟਾਫ। ਤੇ ਮੈਂ ਉੱਥੋਂ ਆਪਣੀ 10ਵੀਂ ਦੀ ਪੜ੍ਹਾਈ ਜਿਹੜੀ ਪਾਸ ਕੀਤੀ, ਉਸ ਤੋਂ ਬਾਅਦ ਉੱਥੇ ਮੈਂ ਪੜ੍ਹਿਆ। ਅੱਛਾ, ਪਹਿਲੀ ਵਾਰ ਕਿੱਥੇ ਗਾਇਆ ਤੁਸੀਂ? ਜੀ ਜੇ ਪਹਿਲੀ ਵਾਰੀ ਕਹਾਂ ਤਾਂ ਮੈਂ 5ਵੀਂ ਕਲਾਸ ਦੇ ਵਿੱਚ, ਜਦੋਂ ਮਿਡਲ ਕਲਾਸ ਦੇ ਵਿੱਚ ਮੈਂ ਪੜ੍ਹਦਾ ਹੁੰਦਾ, ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀ, ਪਹਿਲੀ ਵਾਰੀ ਮੈਂ ਖੇਡਾਂ ਦੇ ਵਿੱਚ ਗਿਆ ਸੀ ਤਹਿਸੀਲ ਅਨੰਦਪੁਰ ਸਾਹਿਬ ਦੇ ਵਿੱਚ ਤੇ ਉੱਥੇ ਲੋਕ ਗੀਤ ਮੁਕਾਬਲੇ ਹੋਏ ਸੀ ਤੇ ਮੈਂ ਪਹਿਲੀ ਵਾਰੀ ਉਦੋਂ ਗਾਇਆ ਸੀ ਲੋਕ ਗੀਤ ਜਨਾਬ ਹੰਸਰਾਜ ਹੰਸ ਸਾਹਿਬ ਜੀ ਦਾ ਨਾਂ ਤੋਂ ਪਰਣੀ ਨਾ ਛਾਂ ਮਿਲਿਆ ਤੇ ਉਹਦੇ ਵਿੱਚ ਮੈਨੂੰ ਫਸਟ ਪ੍ਰਾਈਜ਼ ਮਿਲਿਆ। ਉਸ ਤੋਂ ਬਾਅਦ ਫਿਰ ਸੁਖੀ ਸਿੰਘ ਜੀ ਫਸਟ ਪ੍ਰਾਈਜ਼ ਮਿਲਿਆ ਤੇ ਉਸ ਤੋਂ ਬਾਅਦ ਉਹਦੇ ਵਿੱਚ ਵੈਸੇ ਪ੍ਰਾਈਜ਼ ਉਹਨਾਂ ਨੇ ਮੈਨੂੰ ਫਸਟ ਦਿੱਤਾ, ਪਰ ਇੱਕ ਚੱਕਰ ਥੋੜਾ ਜਿਹਾ ਪੈ ਗਿਆ ਸੀ, ਉਹ ਕਹਿੰਦੇ ਉਹਦੇ ਵਿੱਚ ਜਿਹੜਾ ਕਿ ਗੀਤਕਾਰ ਦਾ ਨਾਮ ਨਹੀਂ ਆਉਣਾ ਚਾਹੀਦਾ ਸੀ, ਇਸ ਕਰਕੇ ਮੈਂ ਉੱਥੋਂ ਰਹਿ ਗਿਆ। ਤੇ ਉਸ ਤੋਂ ਬਾਅਦ ਫਿਰ ਮੈਂ 8ਵੀਂ ਕਲਾਸ ਦੇ ਵਿੱਚ ਟਰਾਈ ਕੀਤਾ ਤੇ ਉਸ ਤੋਂ ਬਾਅਦ ਮੈਂ ਫਿਰ ਤਹਿਸੀਲ ਪੱਧਰ, ਫਿਰ ਜ਼ਿਲ੍ਹਾ ਪੱਧਰ, ਫਿਰ ਖੇਤਰੀ ਪੱਧਰ ਤੇ ਫਿਰ ਮੈਂ ਡਿਸਟ੍ਰਿਕਟ ਲੈਵਲ ਕਪੂਰਥਲੇ ਤੱਕ ਮੈਂ ਗਾਇਆ ਤੇ ਡਿਸਟ੍ਰਿਕਟ ਲੈਵਲ ਦੇ ਵਿੱਚ ਪੰਜਾਬ ਪੱਧਰ ਦੇ ਵਿੱਚ ਮੈਂ 2nd ਪੋਜੀਸ਼ਨ ਜਿਹੜੀ ਮੈਂ ਉਹ ਹਾਸਲ ਕੀਤੀ ਹੈ ਤੇ ਖਾਲਸਾ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਹੋਏ ਸੋ ਸਾਰੇ ਸਟਾਫ ਦੀ ਪਿਆਰ ਦੇ ਨਾਲ, ਉਹਨਾਂ ਦੀ ਮਦਦ ਦੇ ਨਾਲ ਮੈਨੂੰ ਬੜਾ। ਸੁਖੀ ਜੀ, ਤੁਸੀਂ ਥੀਏਟਰ ਨਾਲ ਵੀ ਜੁੜੇ ਰਹੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭਾਜੀ, ਮੈਂ ਥੀਏਟਰ ਦੇ ਨਾਲ ਜੁੜਿਆ ਰਿਹਾ। ਜਦੋਂ ਮੈਂ 10th ਕਲਾਸ ਦੇ ਵਿੱਚ ਸੀ ਤਾਂ ਉਦੋਂ SGS ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਹੋਏ ਮੈਂ ਤੇ ਸਾਡੀ ਸਾਰੀ ਟੀਮ ਅਸੀਂ ਇੱਕ ਨਾਟਕ ਕੀਤਾ ਸੀ, ਪਰਿੰਦੇ ਹੁਣ ਜਾਣ ਕਿੱਥੇ, ਤੇ ਉਹ ਮੈਂ ਜਿਹੜਾ ਕਿ ਨਾਟਕ ਮੈਂ ਮਤਲਬ ਕਿ ਉਹ ਮੇਰੇ ਦਿਲ ਦੇ ਵਿੱਚ ਇੰਨਾ ਵਸਿਆ, ਮੈਂ ਉਹਨੂੰ ਜਾ ਕੇ ਵੀ ਨਹੀਂ ਭੁੱਲ ਸਕਦਾ। ਉਹ ਪਲ ਮੇਰੇ ਇੰਨੇ ਹਸੀਨ ਸੀ, ਇੰਨੇ ਵਧੀਆ ਪਲ ਸੀ ਮੇਰੇ। ਤੇ ਉਹ ਜਦੋਂ ਅਸੀਂ ਡਿਸਟ੍ਰਿਕਟ ਲੈਵਲ ਦੇ ਵਿੱਚ ਮਤਲਬ ਅਸੀਂ ਜਦੋਂ ਉੱਥੇ ਕੀਤਾ ਸੀ, ਇਹਦੇ ਵਿੱਚ ਮੈਂ ਤੁਹਾਨੂੰ ਇੰਟਰਸਟਿੰਗ ਇੱਕ ਗੱਲ ਸੁਣਾਵਾਂ ਕਿ ਉਹਨਾਂ ਨੇ ਸਾਡਾ ਜਿਹੜਾ ਉਹ ਜਦੋਂ ਅਸੀਂ ਕੰਪੀਟੀਸ਼ਨ ਕੀਤਾ ਤੇ ਉਹਨਾਂ ਨੇ ਸਾਡਾ ਜਿਹੜਾ ਨਾਟਕ ਸੀ, ਪਲੇ ਸੀ, ਉਹ 2nd ਕੱਢ ਦਿੱਤਾ, ਪਰ ਉੱਥੇ ਲੋਕਾਂ ਨੇ
ਇੰਨੇ ਉੱਥੇ ਸ਼ੋਰ ਮਚਾਇਆ, ਜਿਹੜੇ ਪਬਲਿਕ ਨੇ ਉਹ ਨਾਟਕ ਦੇਖਿਆ ਤੇ ਖੁਦ ਜੱਜ ਸਾਹਿਬ ਸੀਗੇ ਜਿਹੜੇ ਪੰਜਾਬ ਐਜੂਕੇਸ਼ਨ ਬੋਰਡ ਤੋਂ ਆਏ ਹੋਏ ਸੀ, ਸੋ ਉਹਨਾਂ ਨੇ ਆਪਣੀਆਂ ਅੱਖਾਂ ਪੂੰਝੀਆਂ ਤੇ ਉਦੋਂ ਇੰਨਾ ਸ਼ੋਰ ਪਿਆ ਕਿ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਫਾਸਟ ਕਰਨਾ ਪਿਆ, ਕਿਉਂਕਿ ਉਹ ਪਬਲਿਕ ਦਾ ਇੰਨਾ ਪਿਆਰ ਸਾਨੂੰ ਮਿਲਿਆ। ਤੇ ਮਤਲਬ ਕਿ ਮੈਂ ਉਹ ਪਲ ਨਹੀਂ ਮੈਂ ਉਹ ਭੁੱਲ ਸਕਦਾ। ਕੋਈ ਡਾਇਲੌਗ ਯਾਦ ਕਰਕੇ ਬੋਲ ਕੇ ਜ਼ਰੂਰ ਦਰਸ਼ਕਾਂ ਨੂੰ ਦਿਖਾਓ, ਕਿਉਂਕਿ ਦਰਸ਼ਕ ਤੁਹਾਨੂੰ ਦੇਖ ਰਹੇ ਆ ਦੇਸ਼ ਵਿਦੇਸ਼ ਸਾਰੇ। ਉਹਦੇ ਵਿੱਚ ਇਹ ਸੀ ਪਰਿੰਦੇ ਜਾਣ ਹੁਣ ਕਿੱਥੇ ਦੇ ਵਿੱਚ ਇੱਕ ਜੱਟ ਸੀ ਤੇ ਉਹ ਇੱਕ ਮੁਸਲਮਾਨ ਕੁੜੀ ਦੇ ਨਾਲ ਵਿਆਹ ਕਰਾ ਲੈਂਦਾ, ਉਹਨੂੰ ਖਰੀਦ ਕੇ ਲੈ ਆਉਂਦਾ ਸੀ ਤੇ ਉਹਦੇ ਵਿੱਚ ਉਹਨੇ ਉਹਦਾ ਜਿਹੜੀ ਪਤਨੀ ਸੀ ਉਹਦਾ ਨਾਮ ਇਨੈਤੀ ਸੀ ਤੇ ਉਹਦੇ ਵਿੱਚ ਉਹਨੇ ਇੱਕ ਡਾਇਲੌਗ ਮਾਰਿਆ ਸੀ, ਕਦੇ ਕਿਸੇ ਹਾਕਮ ਸਾਹਮਣੇ ਹੁੰਦਿਆਂ ਮੈਂ ਡਰਿਆ ਨਹੀਂ ਸੀ, ਕਦੇ ਕਿਸੇ ਕਤਲ ਕੇਸ 'ਚ ਫਾਂਸੀ ਦਾ ਫੈਸਲਾ ਸੁਣਨ ਨੂੰ ਮੈਂ ਨਹੀਂ ਸੀ ਘਬਰਾਇਆ, ਉਹ ਜੱਟ ਕੇਰ ਸਿੰਘ ਜੀ ਤੋਂ ਦੁਨੀਆ ਡਰਦੀ ਸੀ, ਉਹ ਤੇਰੀਆਂ ਇਹਨਾਂ ਸੋਹਣੀਆਂ ਅੱਖਾਂ ਦੇ ਵਿੱਚ ਖੋ ਗਿਆ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਤੇਰੇ ਨਾਲ ਪਿਆਰ ਹੋ ਗਿਆ ਤੇ ਮੈਂ ਤੇਰਾ ਨਾਂ ਇਨੈਤੀ ਤੋਂ ਬਦਲ ਕੇ ਹਰਬੰਸ ਕੌਰ ਰੱਖ ਦਿੱਤਾ ਤੇ ਮੈਂ ਕਦੋਂ ਜੱਟ ਕੇਰ ਸਿੰਘ ਤੋਂ ਸਾਊ ਜੱਟ ਕੇਰ ਸਿੰਘ ਬਣ ਗਿਆ। ਕੀ ਬਾਤ ਹੈ ਜੀ, ਕੀ ਬਾਤ ਹੈ। ਇਹ ਡਾਇਲੌਗ ਮੈਂ ਕਦੇ ਨਹੀਂ ਭੁੱਲ ਸਕਦਾ। ਇਹ ਨਾਟਕ ਮੇਰੀ ਜੀ ਤੁਸੀਂ ਪੰਜਾਬੀ ਮਾਂ ਬੋਲੀ ਸੇਵਾ ਬਹੁਤ ਕੀਤੀ ਹੈ, ਹਾਂਜੀ। ਜਿਹੜੀ ਤੁਸੀਂ ਗਾਇਕੀ ਦੀ ਸ਼ੁਰੂਆਤ ਹੈ ਆਪਣੀ, ਤੁਹਾਡਾ ਗੁਰੂ ਕੌਣ ਹੈ ਇਸ ਗਾਇਕੀ ਖੇਤਰ ਵਿੱਚ? ਭਾਜੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਫਾਦਰ ਸਾਹਿਬ ਤੇ ਮੇਰੇ ਮੰਮੀ ਜੀ ਅਨੰਦਪੁਰ ਸਾਹਿਬ ਚਲੇ ਗਏ ਦਸ਼ਮੇਸ਼ ਅਕੈਡਮੀ ਦੇ ਵਿੱਚ, ਉਹਨਾਂ ਨੇ ਡਿਊਟੀ ਕੀਤੀ ਤੇ ਉੱਥੇ ਸਾਨੂੰ ਕੁਝ ਆਪਣੇ ਹੋਰ ਜਿਹੜੇ ਪਿਆਰੇ ਮਿਲੇ ਸਾਨੂੰ, ਸਾਡੇ ਰਿਸ਼ਤੇਦਾਰ ਸੀਗੇ ਉਹ ਵੀ, ਤੇ ਉੱਥੇ ਸਾਡੇ ਨਾ ਫੁੱਫੜ ਜੀ ਸੀਗੇ ਸਰਦਾਰ ਬਾਰਾ ਸਿੰਘ ਜੀ, ਤੇ ਉਦੋਂ ਉੱਥੇ ਉਹ ਗਾਉਂਦੇ ਹੁੰਦੇ ਸੀਗੇ ਤੇ ਉਹਨਾਂ ਦੇ ਮਤਲਬ ਪਿੱਛੋਂ ਪਰਿਵਾਰ ਦੇ ਵਿੱਚ ਵੀ ਗਾਉਂਦੇ ਸੀ ਤੇ ਉਹ ਕਦੇ ਕਦੇ ਜਦ ਗਾਉਂਦੇ ਹੁੰਦੇ ਸੀ ਤਾਂ ਮੈਨੂੰ ਕੋਲ ਬਿਠਾ ਲੈਂਦੇ ਹੁੰਦੇ ਸੀ ਵੀ ਕੀ ਚੱਲ ਤੂੰ ਵੀ ਸੁਣਾ ਕੁਛ। ਅੱਛਾ। ਤੇ ਮੈਂ ਇਸ ਗੱਲ ਨੂੰ ਕਹਿਣ ਦੇ ਵਿੱਚ ਬਹੁਤ ਮਾਣ ਮਹਿਸੂਸ ਕਰਦਾ ਕਿ ਮੇਰੇ ਅੰਦਰ ਜੇ ਕਿਸੇ ਨੇ ਬੂਟਾ ਲਾਇਆ ਗਾਇਕੀ ਦਾ ਤਾਂ ਮੇਰੇ ਫੁੱਫੜ ਜੀ ਸਰਦਾਰ ਬਾਰਾ ਸਿੰਘ ਜੀ ਦਾ, ਤੇ ਉਸ ਤੋਂ ਬਾਅਦ ਉਹਨੂੰ ਬੜਾਵਾ ਦਿੱਤਾ ਸਾਡੇ ਪਿੰਡ ਅਕਬਰਪੁਰ ਤੋਂ ਸਾਡੇ ਕੁਲਵੰਤ ਸਿੰਘ ਫੁੱਫੜ ਜੀ ਸਾਡੇ, ਤੇ ਉਹਨਾਂ ਨੇ ਬੜਾ ਮੈਨੂੰ ਪਿਆਰ ਦਿੱਤਾ, ਉਹਨਾਂ ਨੇ ਮੈਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਕਿ ਸੁਖੀ ਤੂੰ ਬਹੁਤ ਵਧੀਆ ਗਾਉਂਦਾ। ਤੇ ਇੱਕ ਮੈਂ ਬਚਪਨ ਦੇ ਵਿੱਚ ਸਾਡੇ ਦੁਰਗਾ ਰੰਗੀਲਾ ਜੀ ਤੋਂ ਬੜਾ ਪ੍ਰਭਾਵਿਤ ਸੀ। ਅੱਛਾ ਜੀ। ਤੇ ਜਦੋਂ ਉਹਨਾਂ ਦੀਆਂ ਐਲਬਮਸ ਮੈਂ ਸੁਣਦਾ ਹੁੰਦਾ ਸੀ, ਗਾਇਕੀ ਉਹਦੀ ਮੈਂ ਸੁਣਦਾ ਹੁੰਦਾ ਸੀ ਤੇ ਮੈਂ ਗਾਉਂਦਾ ਹੁੰਦਾ ਸੀ ਬੜਾ ਉੱਚੀ ਕੁਝ ਗਾ ਕੇ ਦੱਸੋ। ਦੁਰਗਾ ਰੰਗੀਲਾ ਜੀ ਦਾ ਗਾ ਕੇ ਉਹ ਕਿੱਥੋਂ ਸਿੱਖੀਏ ਸਿਆਸਤਾਂ ਤੂੰ ਸੋਹਣੀਏ, ਸਿੱਖੀਏ ਸਿਆਸਤਾਂ ਤੂੰ ਸੋਹਣੀਏ, ਕਿੱਥੋਂ ਸਿੱਖੀਏ ਸਿਆਸਤਾਂ ਤੂੰ ਸੋਹਣੀਏ, ਸਿੱਖੀਏ ਸਿਆਸਤਾਂ ਤੂੰ ਸੋਹਣੀਏ ਨੀ ਅੱਖਾਂ ਵਿੱਚ ਰੇਤ ਪਾ ਗਈ, ਸਾਨੂੰ ਚੁਣ ਕੇ ਉਮੀਦਵਾਰ ਦਿਲ ਦਾ ਤੂੰ ਗੂਠਾ ਕਿਤੇ ਹੋਰ ਲਾ ਗਈ, ਤੂੰ ਗੂਠਾ ਕਿਤੇ ਹੋਰ ਲਾ ਗਈ, ਸਾਨੂੰ ਚੁਣ ਕੇ ਉਮੀਦਵਾਰ ਦਿਲ ਦਾ ਤੂੰ ਗੂਠਾ ਕਿਤੇ ਹੋਰ ਲਾ ਗਈ। ਕੀ ਬਾਤ ਹੈ ਜੀ, ਕੀ ਬਾਤ ਹੈ ਸੁਖੀ ਸਿੰਘ। ਅੱਛਾ, ਕੁਝ ਹੋਰ ਨਵਾਂ ਤੁਸੀਂ ਕਿਹਦੇ ਨਾਲ ਕੰਮ ਕੀਤਾ ਜਾਂ ਕਰ ਰਹੇ ਹੈ ਜਾਂ ਕਰਨਾ ਚਾਹੁੰਦੇ ਹੋ, ਇਹਦੇ ਬਾਰੇ ਕੀ ਕਹਿਣਾ? ਭਾਜੀ ਉਦੋਂ ਉਸ ਤੋਂ ਬਾਅਦ ਮੈਨੂੰ ਸਾਡੇ ਅਨੰਦਪੁਰ ਸਾਹਿਬ ਤੋਂ ਜਦੋਂ ਮੈਂ ਮਤਲਬ ਸਟੇਟ ਲੈਵਲ ਦੇ ਵਿੱਚ ਮੈਂ ਜਦੋਂ ਗਿਆ ਤਾਂ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਕੁਝ ਫੋਟੋਆਂ ਕੁਝ ਖਬਰਾਂ ਆਈਆਂ ਨੇ ਕਿ ਐਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਜਿਹੜਾ ਸਟੇਟ ਲੈਵਲ ਤੱਕ ਗਿਆ ਹੈ ਨਾ। ਉਸ ਤੋਂ ਬਾਅਦ ਕੁਝ ਕੰਪਨੀਆਂ ਦੀ ਮੇਰੇ ਤੱਕ ਅਪਰੋਚ ਹੋਈ ਤੇ ਸਾਡੇ ਅਨੰਦਪੁਰ ਸਾਹਿਬ ਤੋਂ ਹੀ ਸਾਡੇ ਪ੍ਰੀਤ ਭਾਜੀ ਜਿਨ੍ਹਾਂ ਦੀ ਕੰਪਨੀ ਸੀ ਪ੍ਰੀਤ ਟੌਨ, ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਅਸੀਂ ਤੇਰੀ ਇੱਕ ਧਾਰਮਿਕ ਐਲਬਮ ਕਰਨਾ ਚਾਹੁੰਦੇ ਹਾਂ। ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਫਸਟ ਐਲਬਮ ਜਿਹੜੀ ਆਪਣੀ ਪ੍ਰੀਤ ਟੌਨ ਕੰਪਨੀ ਦੇ ਵਿੱਚ ਸਿਫਤਾਂ ਬਾਬਾ ਬੁੱਢਣ ਸ਼ਾਹ ਦੀ, ਤੇ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਪਹਿਲੀ ਹਾਜ਼ਰੀ ਜਿਹੜੀ ਮੇਰੀ ਉਹ ਬਾਬਾ ਬੁੱਢਣ ਸ਼ਾਹ ਜੀ ਦੀ। ਸੁਖੀ ਜੀ, ਹੋਰ ਕਿਹੜੀ ਕੰਪਨੀ ਤੁਸੀਂ ਗਾਇਆ ਏ, ਤੁਸੀਂ ਕਿਹੜੀ ਕੰਪਨੀ ਨਾਲ ਕੰਮ ਕੀਤਾ ਏ, ਕਿਹੜੇ ਗੀਤ ਗਾਏ? ਉਸ ਤੋਂ ਬਾਅਦ ਰਿਟਰਨ ਤੋਂ ਬਾਅਦ ਮੈਂ ਸਿਫਤਾਂ ਬਾਬਾ ਬੁੱਢਣ ਸ਼ਾਹ ਜੀ ਨੇ ਕੀਤਾ ਤੇ ਉਸ ਤੋਂ ਬਾਅਦ ਹੀ ਫਿਰ ਇੱਕ ਜੋਤਾਂ ਦੇ ਲਿਸ਼ਕਾਰੇ ਉਹਨਾਂ ਦੇ ਨਾਲ ਕੀਤਾ, ਤੇ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਜਦੋਂ ਥੋੜਾ ਜਿਹਾ ਹੋਇਆ ਤੇ ਉਸ ਤੋਂ ਬਾਅਦ ਕੰਮ ਮਿਲਣਾ ਸ਼ੁਰੂ ਹੋਇਆ, ਤੇ ਉਸ ਤੋਂ ਬਾਅਦ ਮੈਨੂੰ ਮਿਲਿਆ ਮੇਰਾ ਰੱਬ ਵਰਗਾ ਮੇਰਾ ਭਰਾ ਚੱਕਾ ਨਿਕੋਲ, ਤੇ ਉਹਨਾਂ ਨੇ ਮੈਨੂੰ ਮੇਰੀ ਆਵਾਜ਼ ਹੈ ਜਿਹੜੀ ਉਹਨਾਂ ਨੇ ਰਿਕਾਰਡ ਕੀਤੀ, ਉਹਨਾਂ ਦੇ ਗੀਤ ਮੈਂ ਰਿਕਾਰਡ ਕੀਤੇ, ਤੇ ਉਹਨਾਂ ਨੇ ਮੇਰੀ ਜਿਹੜੀ ਆਵਾਜ਼ ਆ ਉਹ ਫੋਰਨ ਕੰਟਰੀਆਂ ਤੱਕ ਪਹੁੰਚਾਈ, ਬਾਹਰ ਕੰਟਰੀਆਂ ਤੱਕ ਮੇਰੀ ਆਵਾਜ਼ ਜਿਹੜੀ ਉਹਨਾਂ ਨੇ ਪਹੁੰਚਾਈ। ਸੋ ਉਸ ਤੋਂ ਬਾਅਦ ਮੈਂ ਡੀਜੇ ਇੰਟੈਂਸ ਭਾਜੀ ਨਾਲ ਕੰਮ ਕੀਤਾ, ਤੇ ਉਹਨਾਂ ਨੇ ਮੇਰਾ ਗੀਤ ਤੇਰੇ ਨਾਲ ਨੱਚਾਂ ਦਾ ਕਾਫੀ ਹਿੱਟ ਰਿਹਾ, ਤੇ ਉਸ ਤੋਂ ਬਾਅਦ ਫੋਰਨ ਕੰਟਰੀ ਦੇ ਵਿੱਚ ਮੇਰੇ ਕਾਫੀ ਟਰੈਕ ਹੋਏ ਨੇ, ਜਤਿੰਦਰ ਸੌਂਡ ਭਾਜੀ, ਦੀਪ ਐਂਡ ਜਸ ਰਿਕਾਰਡਸ, ਤੇ ਘੱਟੋ ਘੱਟ 100-150 ਸੌਂਗ ਯਾਨੀ ਕਿ ਮੇਰਾ ਫੋਰਨ ਕੰਟਰੀ ਦੇ ਵਿੱਚ ਜਿਹੜਾ ਰਿਕਾਰਡ ਹੋਇਆ ਤੇ ਰਿਲੀਜ਼, ਤੇ ਉਸ ਤੋਂ ਬਾਅਦ ਮੈਨੂੰ ਜਿਹੜਾ ਕਿ
ਕਾਫੀ ਮਾਰਕੀਟ ਦੇ ਵਿੱਚ ਮੈਨੂੰ ਬਹੁਤ ਕੰਮ ਮਿਲਿਆ ਤੇ ਕੁਝ ਵੀਡੀਓਜ਼ ਸੁਖੀ ਸਿੰਘ ਜੀ, ਤੁਸੀਂ ਇਹ ਦੱਸੋ ਕਿ ਅਜੋਕੇ ਯੁੱਗ 'ਚ ਤੁਸੀਂ ਕੀ ਸਿੱਖ ਰਹੇ ਹੋ ਔਰ ਕਿਹਦੇ ਕੋਲੋਂ ਸਿੱਖ ਰਹੇ ਹੋ? ਹਾਂਜੀ ਭਾਜੀ, ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਕਹਿੰਦੇ ਹੁੰਦੇ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਮੈਂ ਹਮੇਸ਼ਾ ਸਿੱਖਦਾ ਹੀ ਰਹਿਣਾ। ਤੇ ਮੈਂ ਜਿਹੜਾ ਮੌਜੂਦਾ ਟਾਈਮ ਦੇ ਵਿੱਚ ਆਪਣੇ ਗੁਰੂ ਜੀ ਸ਼੍ਰੀ ਸੰਜੀਵ ਚੌਹਾਨ ਜੀ ਪੰਚਕੂਲੇ ਤੋਂ ਜਨਾਬ, ਤੇ ਉਹਨਾਂ ਤੋਂ ਮੈਂ ਜਿਹੜੀ ਗਾਇਕੀ ਦੀ ਬਰੀਕੀ ਮੈਂ ਲੈ ਰਿਹਾ ਤੇ ਮੈਂ 6 ਈਅਰ ਜਿਹੜਾ ਮਿਊਜ਼ਿਕ ਦਾ ਮੈਂ ਕਰ ਚੁੱਕਿਆ ਠੀਕ ਹੈ। ਮਿਊਜ਼ਿਕ ਦੀ ਡਿਗਰੀ ਮੈਂ ਕਰ ਚੁੱਕਿਆ ਉਹਨਾਂ ਦੇ ਆਸ਼ੀਰਵਾਦ ਦੇ ਨਾਲ, ਸਾਡੇ ਗੁਰੂ ਸੰਜੀਵ ਚੌਹਾਨ ਜੀ ਦੇ ਆਸ਼ੀਰਵਾਦ ਦੇ ਨਾਲ, ਤੇ ਮੈਂ ਉਹਨਾਂ ਤੋਂ ਗਾਇਕੀ ਦੀਆਂ ਬਰੀਕੀਆਂ ਜਿਹੜੀਆਂ ਮੈਂ ਉਹ ਸਿੱਖ ਰਿਹਾ। ਅੱਛਾ, ਅਜੋਕੇ ਸਮੇਂ 'ਚ ਪੰਜਾਬ ਦੀ ਫਿਜ਼ਾ 'ਚ ਕਿੱਥੇ ਰਬਾਬ ਗੂੰਜਦੀ ਸੀ, ਅੱਜ ਹਥਿਆਰਾਂ ਦੇ ਗੀਤ ਗੂੰਜਦੇ ਆ। ਇਹੋ ਜਿਹੀ ਗਾਇਕੀ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਤੇ ਵਾਜਬ ਜਿਹੜਾ ਸਵਾਲ ਤੁਸੀਂ ਕੀਤਾ ਹੈ ਭਾਈ ਸਾਹਿਬ ਵੀਰ ਜੀ ਸਾਡੇ। ਤੇ ਮੈਂ ਮਤਲਬ ਕਿ ਇਹ ਗੱਲ ਮੈਂ ਫੇਸਬੁੱਕ ਤੇ ਵੀ ਮੈਂ ਇਹਦੇ ਬਾਰੇ ਗੱਲ ਕਰਦਾ ਰਹਿਣਾ, ਜੋ ਪਾਉਂਦੇ ਰਹਿੰਦੇ ਨੇ, ਪਰ ਮੈਨੂੰ ਨਹੀਂ ਪਤਾ ਕਿ ਕਿੱਥੇ ਤੱਕ ਜਾਂਦੀ ਹੈ ਗੱਲ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਯਾਰ ਇਹ ਜੋ ਅੱਜ ਕੱਲ੍ਹ ਚੱਲ ਰਿਹਾ ਹੈ, ਤੁਹਾਨੂੰ ਲੱਗਦਾ ਹੈ ਕਿ ਇਹ ਗਾਇਕੀ ਹੈ? ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਇਹ ਗਾਇਕੀ ਨਹੀਂ ਹੈ, ਇਹ ਜਸਟ ਐਂਟਰਟੇਨਮੈਂਟ ਹੈ। ਸਿਰਫ ਗੱਲਾਂ ਬਾਤਾਂ ਸਟੇਜ ਤੇ ਕਰਤੀਆਂ ਇਹ ਉਹ, ਤੇ ਤੁਸੀਂ ਲੋਕ ਉਸ ਚੀਜ਼ ਨੂੰ ਮਤਲਬ ਕਿ ਇਹ ਸਾਰੇ ਲੋਕ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਿਉਂਕਿ ਕੁਝ ਲੋਕ ਅੱਜ ਵੀ ਚੰਗਾ ਸੁਣਨੇ ਵਾਲੇ ਨੇ, ਇਹ ਮਤਲਬ ਕਿ ਉਹਨੂੰ ਇਹ ਗਾਇਕੀ ਸਮਝਦੇ ਨੇ। ਚੱਕ ਲਓ ਹਥਿਆਰ, ਐਂ ਕਰ ਲਓ, ਉਹ ਕਰ ਲਓ, ਮੇਰਾ ਦਨਾਲੀ ਵਰਗੇ ਆ ਫਲਾਣਾ, ਇਹ ਗਾਇਕੀ ਨਹੀਂ। ਮੈਂ ਇਸ ਚੀਜ਼ ਨੂੰ ਗਾਇਕੀ ਨਹੀਂ, ਗਾਇਕੀ ਤਾਂ ਉਹ ਹੁੰਦੀ ਹੈ ਜਿਹੜੇ ਪੁਰਾਣੇ ਬਜ਼ੁਰਗਾਂ ਦੇ ਵਿੱਚ ਅਸੀਂ ਵੀ ਸੁਣਿਆ ਕਿ ਜਦੋਂ ਗਵਈਏ ਗਾਉਂਦੇ ਹੁੰਦੇ ਸੀ ਤਾਂ ਮੈਂ ਤਾਂ ਇਹ ਸੁਣਿਆ ਕਿ ਅਸਮਾਨ ਤੋਂ ਪਰੀਆਂ ਉਤਰ ਆਉਂਦੀਆਂ ਸੀ, ਬਾਰਿਸ਼ ਪੈ ਜਾਂਦੀ ਸੀ, ਮੀਂਹ ਪੈ ਜਾਂਦਾ ਸੀ, ਦੀਪਕ ਜਗ ਜਾਂਦੇ ਸੀ, ਤੇ ਉਹ ਗਾਇਕੀ ਹੈ। ਜਿਹੜਾ ਸੁਰੀਲਾਪਣ ਹੈ, ਜਿਹੜਾ ਸੁਰੀਲਾਪਣ ਜਿਹੜਾ ਗਾਇਕੀ ਦੇ ਵਿੱਚ ਉਹ ਚੀਜ਼ ਹੈ। ਸੁਰੀਲਾਪਣ ਤਾਂ ਅੱਜ ਕੱਲ੍ਹ ਹੈ ਹੀ, ਸਿਰਫ ਧੂੰ ਧੜਾ ਗਿਆ, ਚੱਕ ਨੂੰ ਮੈਂ ਤੇਰੇ ਪਿੱਛੇ ਯਾਰ ਮਾਰ ਦੂੰ, ਤੇਰੇ ਪਿੱਛੇ ਮੈਂ ਐਂ ਕਰ ਦੂੰ, ਇਹ ਕਰ ਦੂੰ, ਇਹ ਮੈਂ ਇਸ ਨੂੰ ਗਾਇਕੀ ਨਹੀਂ ਮੰਨਦਾ। ਗਾਇਕੀ ਉਹ ਹੈ, ਗਾਇਕੀ ਉਹ ਹੈ ਜਿਹੜੀ ਤੁਹਾਡੀ ਰੂਹ ਨੂੰ ਸਕੂਨ ਦੇਵੇ, ਜਿਹੜੀ ਤੁਹਾਨੂੰ ਲੱਗੇ ਕਿ ਹਾਂ ਯਾਰ ਕੀ ਬਾਤ ਹੈ। ਅੱਛਾ ਸੁਖੀ ਸਿੰਘ ਜੀ, ਅੱਜ ਦੇ ਨੌਜਵਾਨਾਂ ਲਈ ਤੁਸੀਂ ਪੰਜਾਬ ਦੀ ਜਿਹੜੀ ਜਨਰੇਸ਼ਨ ਹੈ, ਨਿਊ ਜਨਰੇਸ਼ਨ, ਨਵੀਂ ਪੀੜ੍ਹੀ ਲਈ, ਉਹਦੇ ਲਈ ਕੀ ਸੰਦੇਸ਼ ਹੈ ਤੁਹਾਡਾ? ਸੰਦੇਸ਼ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਮੈਂ ਸਾਰੇ ਆਪਣੇ ਜਿੰਨੇ ਵੀ ਨੌਜਵਾਨਾਂ ਲਈ ਤਾਂ ਖਾਸ ਹੀ ਹੈ, ਵੈਸੇ ਮੈਂ ਸੰਦੇਸ਼ ਦੇਣ ਜੋਗਾ ਤਾਂ ਐਡਾ ਹੈ ਨਹੀਂ ਹੈ ਕਿਉਂਕਿ ਮੇਰੇ ਤੋਂ ਵੀ ਬੜੇ ਸੂਝਵਾਨ ਸਮਝਦਾਰ ਮੇਰੇ ਵੀਰ ਵੱਡੇ ਭਰਾ ਮੇਰੇ ਬੈਠੇ ਨੇ। ਪਰ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਦੋਸਤੋ, ਕਿ ਸਿਰਫ ਸਾਡੇ ਕੋਲ ਗਾਇਕਾਂ ਦੀਆਂ ਜਿਹੜੀਆਂ ਅੱਜ ਕੱਲ੍ਹ ਲੜਾਈਆਂ ਹੁੰਦੀਆਂ ਨੇ, ਝਗੜੇ ਹੁੰਦੇ ਨੇ, ਕਿਆ ਸਾਡੇ ਕੋਲ ਇਹੀ ਕੰਮ ਰਹਿ ਗਿਆ ਸਿਰਫ ਵੀ ਅਸੀਂ ਕਦੇ ਉਹਦਾ ਸਾਥ ਦਿੰਦੇ ਹਾਂ, ਕਦੇ ਉਹਦਾ ਸਾਥ ਦਿੰਦੇ ਹਾਂ, ਕਦੇ ਉਹਨੂੰ ਗਾਲਾਂ ਕੱਢਦੇ ਹਾਂ, ਕਦੇ ਉਹਨੂੰ ਗਾਲਾਂ ਕੱਢਦੇ ਹਾਂ? ਕਿਆ ਸਾਡੇ ਕੋਲ ਇਹੀ ਕੰਮ ਰਹਿ ਗਿਆ? ਹੋਰ ਵੀ ਸਾਡੇ ਕੋਲ ਮੁੱਦੇ ਬਹੁਤ ਨੇ। ਕਰੋਨਾ ਜੋ ਅੱਜ ਕੱਲ੍ਹ ਚੱਲ ਰਿਹਾ ਹੈ, ਬਿਮਾਰੀ ਜਿਸ ਤਰ੍ਹਾਂ ਦੀ ਚੱਲ ਰਹੀ ਹੈ, ਸੋ ਉਹਦੇ ਵਿੱਚ ਕਈ ਪਰਿਵਾਰ ਇੱਦਾਂ ਦੇ ਨੇ ਜਿਨ੍ਹਾਂ ਨੂੰ ਜ਼ਰੂਰਤਮੰਦ ਆ, ਉਹਨਾਂ ਦਾ ਵੀ ਕੰਮ ਹੈ। ਤੇ ਹੋਰ ਫੇਸਬੁੱਕ ਤੇ ਇੰਟਰਨੈਟ ਤੇ ਬਹੁਤ ਗਾਲੀ ਗਲੋਚ ਜਿਹੜੀ ਹੁੰਦੀ ਆ, ਯਾਰ ਛੱਡੋ ਉਹਨਾਂ ਚੀਜ਼ਾਂ ਨੂੰ ਯਾਰ, ਕਿਉਂਕਿ ਸੁਰੀਲਾਪਣ ਮੈਂ ਕੀ ਕਹਾਂ, ਸਰਤਾਜ ਭਾਜੀ ਦਾ ਮੈਨੂੰ ਅੱਜ ਦੇ ਟਾਈਮ ਦੇ ਵਿੱਚ ਬਹੁਤ ਵਧੀਆ ਲੱਗਦੀ ਉਹਨਾਂ ਦੀ ਗੱਲਬਾਤ, ਉਹਨਾਂ ਦੀ ਲਿਖਣੀ ਤੋਂ ਮੈਂ ਬੜਾ ਪ੍ਰਭਾਵਿਤ ਹਾਂ, ਕਿਉਂਕਿ ਉਹਨਾਂ ਨੇ ਲਿਖਿਆ ਮੈਂ ਗੁਰਮੁਖੀ ਦਾ ਬੇਟਾ। ਕੀ ਬਾਤ ਹੈ। ਉਹ ਚੀਜ਼ ਕੋਈ ਨਹੀਂ ਲਿਖ ਸਕਦਾ। ਮੈਂ ਚਾਹੇ ਤੁਸੀਂ ਜਿਹੜੇ ਮਰਜ਼ੀ ਬੜੇ ਤੋਂ ਬੜੇ ਸਿੰਗਰ ਦੀ ਗੱਲ ਕਰ ਲਓ, ਤੇ ਹੁਣੇ ਜੇ ਉਹਨਾਂ ਦਾ ਇੱਕ ਮੈਂ ਸੌਂਗ ਸੁਣ ਰਿਹਾ ਸੀ, ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ। ਤੁਸੀਂ ਦੇਖੋ ਉਹਨਾਂ ਨੇ ਔਜ਼ਾਰ ਦੀ ਵਰਤੋਂ ਉਹਨਾਂ ਨੇ ਕਿੱਥੇ ਕੀਤੀ ਹੈ, ਕਿ ਬੰਦੇ ਦੇ ਹੱਥਾਂ ਦੇ ਉੱਪਰ ਕੋਈ ਔਜ਼ਾਰ ਨਹੀਂ। ਤੇ ਜੋ ਅੱਜ ਕੱਲ੍ਹ ਚੱਲ ਰਿਹਾ ਹੈ। ਸੁਖੀ ਸਿੰਘ ਜੀ, ਇੱਕ ਜ਼ਰੂਰ ਦੱਸੋ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਕਿਹਨਾਂ ਨਾਲ ਕੰਮ ਕਰ ਰਹੇ ਹੋ, ਕਿਹੜੇ ਸ਼ਖਸ ਹੈ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਰਹੇ ਹੋ? ਭਾਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਮੈਂ ਜੱਗੇ ਭਾਜੀ ਉਹਨਾਂ ਨਾਲ ਸ਼ੁਰੂ ਦੇ ਵਿੱਚ ਕੰਮ ਕੀਤਾ, ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਬਿੰਦਰ ਦੁਮਣਾ ਭਾਜੀ, ਸਾਡੇ ਬਿੰਦਾ ਦੁਮਣਾ ਭਾਜੀ, ਤੇ ਉਹਨਾਂ ਦੀ ਜਿਹੜੀ ਕੰਪਨੀ ਆ ਏਮ ਟੱਚ ਮੀਡੀਆ ਦੇ ਵਿੱਚ ਮੇਰਾ ਸੌਂਗ ਹੁਣੇ ਥੋੜ੍ਹੀ ਦਿਨ ਪਹਿਲਾਂ ਆਇਆ ਸੀ, ਵੇ ਆਫ ਆਰਟ, ਤੇ ਕੈਂਠੇ ਵਾਲਾ ਗੱਭਰੂ, ਤੇ ਉਹਨੂੰ ਬੜਾ ਲੋਕਾਂ ਨੇ, ਸਾਰਿਆਂ ਨੇ, ਮੇਰੇ ਵੀਰਾਂ ਨੇ ਪਿਆਰ ਦਿੱਤਾ, ਸਰੋਤਿਆਂ ਨੇ ਬੜਾ ਪਿਆਰ ਦਿੱਤਾ। ਤੇ ਉਹਨਾਂ ਦੇ ਨਾਲ ਵੀ ਮੇਰੇ ਕੁਝ ਜਿਹੜੇ ਪ੍ਰੋਜੈਕਟ ਨੇ ਉਹ ਆ ਰਹੇ ਨੇ ਹੋਰ। ਤੇ ਇੱਕ ਬਿੰਦਾ ਦੁਮਣਾ ਭਾਜੀ ਨੇ, ਇੱਕ ਬਿੰਦਰ ਦੁਮਣਾ ਭਾਜੀ ਨੇ, ਤੇ ਇੱਕ ਬਿੰਦਾ ਦੁਮਣਾ, ਦੋਨੇ ਇੱਕੋ ਹੀ ਪਿੰਡ ਦੇ ਨੇ, ਤੇ ਉਹਨਾਂ ਦੇ ਨਾਲ ਆਪਣਾ ਲੇਟੈਸਟ ਜਿਹੜਾ ਹੁਣ ਅਮਰਾਡੀਓ ਦੇ ਵਿੱਚ ਆਪਣਾ ਆ ਰਿਹਾ ਭਰੂਣ ਹੱਤਿਆ। ਸੁਖੀ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਪੀ ਦਸਤਕ ਨੂੰ ਦਿੱਤਾ ਹੈ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਧੰਨਵਾਦ ਤੁਹਾਡਾ ਸਾਰਿਆਂ ਦਾ ਦਿਲੋਂ ਪੀ ਦਸਤਕ ਦਾ। ਤੇ ਮੈਂ ਇੱਕ ਲਾਸਟ ਦੇ ਵਿੱਚ ਇਹ ਬੇਨਤੀ ਕਰਾਂਗਾ ਕਿ ਮੈਂ ਬਹੁਤ ਜਲਦ ਆਪਣਾ ਇੱਕ ਨਵਾਂ ਟਰੈਕ ਅਮਰਾਡੀਓ ਤੋਂ ਮੇਡ ਫॉर ਮਿਊਜ਼ਿਕ ਦੇ ਵਿੱਚ ਮੈਂ ਲੈ ਕੇ ਆ ਰਿਹਾ, ਅਣਜੰਮੀ ਧੀ। ਸੋ ਪਲੀਜ਼ ਤੁਸੀਂ ਸਾਰੇ ਜ਼ਰੂਰ ਉਸ ਨੂੰ ਸੁਣਿਓ। ਤੇ ਮੈਂ ਹਮੇਸ਼ਾ ਇਹੀ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ ਕਿ ਪਲੀਜ਼ ਚੰਗਾ ਸੁਣਿਆ ਕਰੋ,
ਤੇ ਚੰਗਾ ਹੀ ਸ਼ੇਅਰ ਕਰਿਆ ਕਰੋ, ਕਿਉਂਕਿ ਤੁਸੀਂ ਜਿਸ ਤਰ੍ਹਾਂ ਦਾ ਗੰਦਮੰਦ ਖਾਓਗੇ ਤੇ ਫਿਰ ਉਦਾਂ ਦੀ ਆਦਤ ਨਾ ਪਵੇ। ਸੋ ਪਲੀਜ਼ ਮੇਰੀ ਆਦਤ ਹਮੇਸ਼ਾ ਇਹੀ ਸੋਚ ਹੈ ਕਿ ਚੰਗਾ ਹੀ ਤੁਹਾਨੂੰ ਪਰੋਸਾਂ, ਤੇ ਅਣਜੰਮੀ ਧੀ ਨੂੰ ਜ਼ਰੂਰ ਸਪੋਰਟ ਕਰਿਓ ਅਮਰਾਡੀਓ ਦੇ ਵਿੱਚ ਮੇਰੀ ਆਦਤ। ਬਹੁਤ ਬਹੁਤ ਧੰਨਵਾਦ। ਚਲੋ ਧੰਨਵਾਦ ਸਾਰਿਆਂ ਦਾ। ਇਹ ਸੀ ਸੁਖੀ ਸਿੰਘ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ, ਆਪਣੀ ਜ਼ਿੰਦਗੀ ਦਾ, ਗਾਇਕੀ ਦਾ ਸਫ਼ਰ ਕਿੱਥੋਂ ਸ਼ੁਰੂ ਕੀਤਾ ਅਤੇ ਕਿੱਥੇ ਤੱਕ ਪਹੁੰਚਿਆ ਹੈ। ਸੋ ਦਰਸ਼ਕੋ, ਅਗਲੇ ਸ਼ਖਸੀਅਤ ਨਾਲ ਲੈ ਕੇ ਅਗਲੀ ਥਾਂ ਤੇ ਤੁਹਾਨੂੰ ਜ਼ਰੂਰ ਮਿਲਾਂਗੇ। ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਉਂਦਾ ਹੈ ਤਾਂ ਪਲੀਜ਼ ਇਸ ਪ੍ਰੋਗਰਾਮ ਨੂੰ ਤੁਸੀਂ ਵੱਧੋ ਵੱਧ ਦੇਖੋ, ਸ਼ੇਅਰ ਕਰੋ, ਤਾਂ ਕਿ ਜਨਤਾ ਤੱਕ ਸਾਡੀ ਜਿਹੜੀ ਆਵਾਜ਼ ਹੈ, ਐਸੇ ਕੁਝ ਜਿਹੜੇ ਕਲਾਕਾਰ ਹੈ, ਉਹ ਲੋਕਾਂ ਤੱਕ ਪਹੁੰਚ ਸਕਣ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ।